हेलो स्टूडेंट्स, वेलकम बैक फॉर अनदर वीडियो। आज ਅਸੀਂ ਸਿੱਖਣ ਲਈ ਜਾ ਰਹੇ ਹਾਂ। ਸਾਡੇ ਅਗਲੀ ਰੇਸ਼ੋ ਹੈਗੀ ਆ ਇੰਟਰਸਟ ਕਵਰੇਜ ਰੇਸ਼ੋ, ਠੀਕ ਹੈ, ਜੋ ਕਿ ਸੋਲਵੈਂਸੀ ਰੇਸ਼ੋ ਦੀ ਲਾਸਟ ਰੇਸ਼ੋ ਹੈਗੀ ਆ। ਓਕੇ, ਤੇ ਇੰਟਰਸਟ ਕਵਰੇਜ ਰੇਸ਼ੋ ਹੈ ਕੀ ਆ? ਇੰਟਰਸਟ ਕਵਰੇਜ ਰੇਸ਼ੋ ਉਹ ਵਾਲੀ ਰੇਸ਼ੋ ਆ ਜੋ ਇੱਕ ਰਿਲੇਸ਼ਨ ਦੱਸਦੀ ਹੈ ਬਿਟਵੀਨ ਨੈਟ ਪ੍ਰੋਫਿਟ ਬਿਫੋਰ ਟੈਕਸ ਐਂਡ ਇੰਟਰਸਟ, ठीक है, एंड इंटरेस्ट ऑन द फिक्स्ड डेट। मतलब फॉर्मूले के अकॉर्डिंग कंप्यूटेशन देखो यदि इनू किवें कंप्यूट करना वा, इहदा फॉर्मूला हैगा है नेट प्रॉफिट बिफोर इंटरेस्ट एंड टैक्स divided by interest on long term debts, ठीक है। ते इस रेशो का जो आंसर है वो आपां इन टाइम्स च देना है। समझ आया? किच देना है? इन टाइम्स विच देना है, ठीक है। तो पहले ਆਪਾਂ ਇਹ ਵੇਖ ਲਈਏ ਕਿ ਜੇ ਨੈਟ ਪ੍ਰੋਫਿਟ ਬਿਫੋਰ ਇੰਟਰਸਟ ਐਂਡ ਟੈਕਸ ਆ, ਇਹਨੂੰ ਆਪਾਂ ਸੋਲਵ ਕਿਦਾਂ ਕਰਨਾ ਆ। ਤੇ ਇੰਟਰਸਟ ਔਨ ਲੌਂਗ ਟਰਮ ਡੈਟ, ਚਲੋ ਲੌਂਗ ਟਰਮ ਡੈਟ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ। ਲੌਂਗ ਟਰਮ ਡੈਟ ਦਾ ਮਤਲਬ ਉਹ ਹੀ ਆ ਜਿਹੜੇ ਅਸੀਂ ਕੀ ਕਰਨੇ ਆ, 1 ਸਾਲ ਤੋਂ ਬਾਅਦ ਸਾਨੂੰ ਕੀ ਲੱਗਦਾ, ਟਾਈਮ ਲੱਗ ਜਾਂਦਾ ਹੈ ਪੇ ਆਫ ਕਰਨ ਲੱਗਿਆ, ਠੀਕ ਹੈ। ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, ਲੌਂਗ ਟਰਮ ਡੈਟ ਕਹਿੰਦੇ ਆ। ਹੁਣ ਇਹਨੂੰ ਆਪਾਂ ਕੀ ਸੋਲਵ ਕਰਨਾ, ਤੁਹਾਨੂੰ ਪਤਾ ਜਿਹੜਾ ਨੈਟ ਪ੍ਰੋਫਿਟ ਬਿਫੋਰ ਟੈਕਸ ਇੰਟਰਸਟ ਐਂਡ ਟੈਕਸ ਆ, ਇਹਨੂੰ ਅਸੀਂ ਹੋਰ ਕੀ ਕਹਿੰਦੇ ਆ, ਇਹਨੂੰ EBIT ਵੀ ਕਹਿੰਦੇ ਆ। EBIT मतलब अर्निंग्स बिफोर इंटरेस्ट एंड टैक्स। अर्निंग्स बिफोर देखो भाई, नैट प्रॉफिट एक बिफोर वाला भी हुंदा जी, एक नैट प्रॉफिट आफ्टर वाला भी हुंदा जी, ठीक है। हुण किवें तुसीं बनाया होना वा, इनकम स्टेटमेंट बनाई होनी है, ठीक है, जिहनूं असीं की कहंदे आ स्टेटमेंट ऑफ P&L। तुहानूं पता होना है कि सब तो पहला टोटल रेवेन्यू का पोर्शन आंदा है। ਜਦੋਂ ਅਸੀਂ ਟੋਟਲ ਰੈਵਨਿਊ ਚ ਕੀ ਕਰਦੇ ਆ, ਟੋਟਲ ਐਕਸਪੈਂਸਸ ਮਾਈਨਸ ਕਰ ਦਿੰਨੇ ਆ, ਤਾਂ ਸਾਡੇ ਕੋਲ ਕੀ ਆਉਂਦਾ ਹੈ, ਸਾਡੇ ਕੋਲ ਇੱਥੇ ਆਉਂਦਾ ਹੈ ਪ੍ਰੋਫਿਟ, ਕਿਹੜਾ ਵਾਲਾ, ਬਿਫੋਰ ਟੈਕਸ। ਇਸ ਤਰ੍ਹਾਂ ਕੀਤਾ ਸੀ ਨਾ ਆਪਾਂ ਵੀ, ਠੀਕ ਹੈ, ਬਿਫੋਰ ਟੈਕਸ ਵਾਲਾ। ਫਿਰ ਅਸੀਂ ਕੀ ਕਰਦੇ ਸੀ, ਇਹਦੇ ਵਿੱਚੋਂ ਟੈਕਸ ਮਾਈਨਸ ਕਰਕੇ ਜਿਹੜਾ ਪ੍ਰੋਫਿਟ ਆਇਆ ਉਹ ਕਿਹੜਾ ਆ ਗਿਆ, ਪ੍ਰੋਫਿਟ आफ्टर टैक्स वाला आ गया, ठीक है। तो तुहानूं पता होना है कि जो एक्सपेंसिस है, असीं एक्सपेंसिस दे विच सारे एक्सपेंस ला लैंदे आ, भावें डायरैक्टली एक्सपेंसिस है ते भावें अपने वो इनडायरैक्ट एक्सपेंसिस है। तो एक्सपेंसिस दे विच असीं इंटरस्ट की ट्रीटमेंट पहला ही कर चुके हुंदे आ, ठीक है। तो इत्थे असीं जो करदे आ कि इत्थे अपना ऑलरेडी की हो चुका है, इंटरस्ट असीं पहला ही माइनस कर चुके हैं। जो इंटरस्ट है जिहड़ा साडा एक्सपेंसिस के अकॉर्डिंग वो जो माइनस हो गया, फिर एंड ते साडे कोल की आउंदा है, प्रॉफिट आंदा है, पर किहड़ा वाला आउंदा है, बिफोर टैक्स। मतलब टैक्स पे करन तो पहला कितना प्रॉफिट बचिया, ਤਾਂ ਜੋ ਤੁਸੀਂ ਉਹਦੇ ਵਿੱਚੋਂ ਕੀ ਕਰ ਸਕੋ, ਗਵਰਨਮੈਂਟ ਨੂੰ ਜੋ ਟੈਕਸ ਜਿੰਨਾ ਤੁਹਾਡਾ ਬਣਦਾ ਆ ਉਹ ਕੀ ਕਰ ਸਕੋ, ਤੁਸੀਂ ਪੇ ਆਫ ਕਰ ਸਕੋ। ਜਦੋਂ ਤੁਸੀਂ ਕੀ ਕਰ ਦਿੱਤਾ, ਟੈਕਸ ਪੇ ਕਰ ਦਿੱਤਾ, ਭਾਵੇਂ ਉਹ ਤੁਸੀਂ 40% ਪੇ ਕੀਤਾ ਹੈ, ਭਾਵੇਂ ਉਹ ਤੁਸੀਂ 30% ਪੇ ਕੀਤਾ ਹੈ, ठीक है। टैक्स पे कर दिता है, तो टैक्स पे करके मतलब प्रॉफिट बिफोर टैक्स चो PBT दे विचों टैक्स पे करके मतलब टैक्स माइनस करके की आ गया, PAT आ गया, की आ गया भाई, PAT आ गया। तो जिवें आपां इत्थे कीता सी कि पहला की कीता, एक्सपेंसिस मतलब इंटरस्ट माइनस कीता, फिर ਉਹਦੇ ਵਿੱਚ ਅਸੀਂ ਕੀ ਕੀਤਾ, टैक्स माइनस कीता, फिर जाके ਸਾਡੇ ਕੋਲ ਕੀ ਆ ਗਿਆ, प्रॉफिट आफ्टर टैक्स आ गया। तो सिंपल ਇੱਥੇ ही तो यही कह रहा है कि क्वेश्चन ਦੇ ਵਿੱਚ ਸਾਨੂੰ ਇਹ ਦਿੱਤਾ ਹੋਏਗਾ, क्योंकि क्वेश्चन ਦੇ ਵਿੱਚ ਨੈਟ ਪ੍ਰੋਫਿਟ ਬਿਫੋਰ मतलब EBIT नहीं ਦਿੱਤਾ ਹੋਊਗਾ, ਇਹ ਸਾਨੂੰ ਆਪ ਨੂੰ ਹੀ ਸੋਲਵ ਕਰਨਾ ਪੈਣਾ। तो ਕਿਵੇਂ ਸੋਲਵ ਕਰਾਂਗੇ, क्योंकि क्वेश्चन ਦੇ ਵਿੱਚ ਆ ਚੀਜ਼ ਦਿੱਤੀ ਹੋਣੀ ਆ, ਆ ਚੀਜ਼ ਅਸੀਂ ਖੁਦ फाइंड करनी है, ठीक है। तो जेकर ਅਸੀਂ ਪਹਿਲਾਂ ਕੀ ਕਰਦੇ ਸਾਂ, ਆ ਦਿੱਤਾ ਸੀ ਇਹ फाइंड, तो जो टैक्स ਕੀ ਕਰਦੇ ਸਾਂ, माइनस, मतलब ਪਹਿਲਾਂ ਅਸੀਂ ਉੱਪਰ ਤੋਂ ਥੱਲੇ ਆ ਰਹੇ ਸਾਂ, तो माइनस करके आ रहे ਸੀ, ਹੁਣ ਥੱਲੇ ਤੋਂ ਉੱਪਰ ਨੂੰ ਜਾਣਾ ਹੈ, तो ਕੀ ਹੋ ਜਾਊਗਾ, रिवर्स हो जाना है। ਜਿਹਨੂੰ ਅਸੀਂ ਪਹਿਲਾਂ ਕੀ ਕੀਤਾ ਸੀ माइनस, ਹੁਣ ਕੀ ਕਰਾਂਗੇ, ਅਸੀਂ ਉਹਨੂੰ प्लस करांगे, ठीक है। समझ आया? तो देखो फिर ਜਿਹੜਾ ਹੁਣ ਹੈਗਾ ਹੈ ਨੈਟ ਪ੍ਰੋਫਿਟ ਜਿਹੜਾ ਇੰਟਰਸਟ ਕਵਰੇਜ ਰੇਸ਼ੋ, ਇਹ ਹੈ ਕੀ ਆ, ਇੰਟਰਸਟ ਕਵਰੇਜ ਰੇਸ਼ੋ ਦਾ ਕਨਸੈਪਟ ਇਹ ਦੱਸਦਾ ਆ ਕਿ ਤੁਸੀਂ ਆਪਣੇ ਪ੍ਰੋਫਿਟ ਦੇ ਵਿੱਚੋਂ ਕੀ ਕਰ ਰਹੇ ਹੋ, ਕਿੰਨੇ ਵਾਰੀ ਜਿਹੜਾ ਹੈਗਾ ਵਾ ਇੰਟਰਸਟ ਕੀ ਕਰ ਰਹੇ ਹੋ, ਤੁਸੀਂ ਰੈਗੂਲਰਲੀ ਪੇ ਕਰ ਰਹੇ ਹੋ,
ਕਿੰਨਾਂ ਨੂੰ ਰੈਗੂਲਰਲੀ ਪੇ ਕਰਦੇ ਪਏ ਹੋ ਤੁਸੀਂ? ਆਪਣੇ ਮਨੀ ਲੈਂਡਰਸ ਨੂੰ, ਆਪਣੇ ਕ੍ਰੈਡੀਟਰਸ ਨੂੰ, ਜਾਂ ਆਪਣੇ ਬੈਂਕਸ ਨੂੰ, ਜਾਂ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵਾਲੇ ਨੂੰ। तो इंटरस्ट कवरेज रेशो है ਜਿਹੜੀ ਇਹਦਾ ਆਬਜੈਕਟਿਵ ਇਹ ਵੀ ਦੱਸਦਾ ਹੈ ਕਿ ਜੇਕਰ ਇਹ ਰੇਸ਼ੋ ਕੀ ਹੋ ਜਾਂਦੀ ਹੈ, ਹਾਈ ਆਂਦੀ ਹੈ, ਜੇਕਰ ਇਹ ਰੇਸ਼ੋ ਕੀ ਹੁੰਦੀ ਹੈ, ਜ਼ਿਆਦਾ ਆ ਜਾਂਦੀ ਹੈ, ਤਾਂ ਜ਼ਿਆਦਾ ਰੇਸ਼ੋ ਦਾ ਕੀ ਮਤਲਬ ਹੈ? ਹਾਈ ਮਾਰजिन सेफ्टी। पर किन्ना वास्ते हाई मार्जिन सेफ्टी मतलब ज्यादा किन्ना वास्ते होएगा? लैंडर्स ਦੇ ਲਈ। लैंडर्स क्यों? ਕਿਉਂਕਿ ਲੈਂਡਰਸ ਨੇ ਕੀ ਕਰਨਾ ਹੁੰਦਾ ਹੈ, ਇਹਨਾਂ ਨੂੰ ਪੈਸੇ ਦੇਣੇ ਹੁੰਦੇ, ਇਹਨਾਂ ਨੂੰ ਜਿਹੜਾ ਸਮਾਨ ਹੈਗਾ ਵਾ ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਕਰਨੀ ਹੁੰਦੀ ਆ, ਠੀਕ ਆ। ਤੇ ਜਦੋਂ ਆਪਾਂ ਵੀ ਕੋਈ ਬਿਜ਼ਨਸ ਸਟਾਰਟ ਕਰਦੇ ਆ ਤਾਂ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਤੂੰ ਨਗਦੋ ਨਗਦੀ, ਆਪਾਂ ਇਹ ਕਹਿੰਦੇ ਆ ਕਿ ਤੁਸੀਂ ਮੈਨੂੰ ਮਾਲ ਦੇ ਜੋ, ਤਾਂ ਅਸੀਂ ਕੀ ਕਰਦੇ ਆ ਕਿ 4 ਪੈਸੇ ਕਮਾ ਕੇ ਮੈਂ ਤੁਹਾਨੂੰ ਬਾਅਦ ਚ ਕੀ ਕਰਾਂਗਾ? ਪੈਸੇ ਪੇ ਕਰਾਂਗਾ, ਠੀਕ ਆ। ਤੇ ਇੱਥੇ ਵੀ ਉਹੀ ਚੀਜ਼ ਆ ਕਿ ਜਿੰਨੇ ਸਾਨੂੰ ਕੀ ਕੀਤਾ ਹੈ, ਪੈਸਾ ਮਤਲਬ ਕਿ ਸਮਾਨ ਵਗੈਰਾ ਸਪਲਾਈ ਕੀਤਾ ਆ, ਅਸੀਂ ਵੀ ਤਾਂ ਇਹੀ ਸੋਚਦੇ, ਅਗਲਾ ਵੀ ਇਹੀ ਸੋਚਦਾ ਕਿ ਮੈਨੂੰ ਫਟਾਫਟ ਪੇਮੈਂਟ ਮਿਲ ਜੇ। तो इंटरस्ट कवरेज रेशो भी ਇਹੋ ਹੀ ਦੱਸਦਾ ਆ ਕਿ ਇੰਟਰਸਟ ਕਵਰੇਜ ਰੇਸ਼ੋ ਦਾ ਆਂਸਰ ਜਿੰਨਾ ਜ਼ਿਆਦਾ ਆਏਗਾ ਉਨਾ ਹੀ ਵਧੀਆ। ਇੱਥੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੇ ਜਿਹੜੇ ਹੈਗੇ ਆ ਇੰਟਰਸਟ ਵਗੈਰਾ ਉਹ ਕੀ ਕਰ ਰਿਹਾ, ਸਮੇਂ-ਸਮੇਂ ਤੇ ਰੈਗੂਲਰਲੀ ਪੇ ਆਫ ਕਰਦਾ ਪਿਆ ਆ, ਠੀਕ ਹੈ। ਤੇ ਇੱਥੇ ਉਹਦੇ ਕੋਲ ਕੀ ਹੈ, ਕੋਈ ਵੀ ਇਹੋ ਜਿਹੀ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਉਹ ਕੀ ਕਰ ਸਕੇ, ਲੋਕਾਂ ਦਾ ਪੈਸਾ ਮਾਰ ਸਕੇ, ਠੀਕ ਹੈ। ਤੇ ਇਹਨਾਂ ਨੂੰ ਕੀ ਹੋ ਜਾਂਦਾ, ਲੈਂਡਰਸ ਵਾਲਿਆਂ ਨੂੰ ਹੌਸਲਾ ਹੋ ਜਾਂਦਾ ਕਿ ਹਾਂ ਇੱਥੇ ਪੇਮੈਂਟ ਮਿਲਣ ਦੇ ਚਾਂਸਸ ਹੈਗੇ ਆ। ਹਾਈ ਰੇਸ਼ੋ ਦਾ ਮਤਲਬ ਇਹ ਹੁੰਦਾ। और जेकर लो रेशो आ जाती है तो लो रेशो का मतलब यही है कि लैंडर्स को है बहुत शक या डाउट है, तो मतलब एक रिस्की हो सकता उन्होंने वास्ते कि वो अपना पैसा जो सप्लाई वगैरह इन्होंने भेज के करा लें, अपना पैसा वगैरह फसा लें, ठीक है। इस करके लो रेशो कभी भी आनी नहीं चाहिए। तो इन्होंने तो समझ आ गया कंसैप्ट वगैरह। तो देखो हुण असीं की करना है, एग्जाम्पल थ्रू समझण लगे हैं कि जी इंटरस्ट कवरेज रेशो आ वो आपां किवें सॉल्व करना है। तो जो कंपोनेंट है फॉर्मूले के अकॉर्डिंग दो ही मेन कंपोनेंट है। सब तो पहला की चाहिए सानू उत्थे नैट प्रॉफिट बिफोर टैक्स ते इंटरस्ट चाहिए है, तो दूसरा सानू की चाहिए इत्थे इंटरस्ट ऑन लॉन्ग टर्म डैट वाला चाहिए, ठीक है। तो पहला फॉर्मूले के अकॉर्डिंग देख लीजिए। फॉर्मूला हैगा साडे कोल नेट प्रॉफिट बिफोर इंटरस्ट एंड टैक्स, ठीक है, ते डिवाइडेड बाय इंटरस्ट ऑन लॉन्ग टर्म डेट। ये सम है, ठीक है, सिर्फ इन्ना सम आएगा, इस तो बड़ा कुछ नहीं आने वाला। देखो की क्या दिता है, नेट प्रॉफिट आफ्टर टैक्स दिता है कितना भाई? 1,20,000। जिवें कि मैं तुहानूं इत्थे सिखाया सी कि माइनस करके तो को की आ गया इत्थे प्रॉफिट बिफोर टैक्स आउंदा सी। मान लो प्रॉफिट बिफोर टैक्स आ गया सेल जो मतलब एक्सपेंस माइनस करके कितना 40,000 आ गया। चलो ਉਹਦੇ ਚ ਤੁਸੀਂ ਕੀ ਕੀਤਾ, टैक्स पे कर दिता। जे 10% फिर लगाते हो तो कितना बनता है? 4,000 बनता है, ठीक है। तो टैक्स पे करके कितना रह गया? 36। की आया है 36 आया तुहाडे कोल प्रॉफिट आफ्टर टैक्स आ गया, आफ्टर टैक्स आ गया। तुसीं इदां ही करना, पर सम विच होया की है कि आफ्टर दिता, आफ्टर मतलब आ वाला प्रॉफिट दिता है, पर सानू आ वाला चाहिए है। हुण अमाउंट च देखो, प्रॉफिट टैक्स तो मतलब टैक्स पे करन तो बाद साडे कोल प्रॉफिट दी वैल्यू घट जाती है, पर टैक्स पे करन तो पहला प्रॉफिट हमेशा अपने कोल ज़्यादा हुंदा है। उत्थे 1,20,000 है, तो सीधी जी गल होनी आ कि पे करन तो पहला टैक्स पे करन तो पहला प्रॉफिट है जिहड़ा वो ज़्यादा होवेगा, ठीक है। तो इन्हू देखो किवें सॉल्व करना है, मतलब प्रॉफिट बिफोर टैक्स नू सॉल्व किदां करना है। देखो इत्थे लिखो नेट प्रॉफिट बिफोर टैक्स। जे ये सॉल्व करना है, ਇਹਦਾ फॉर्मूला हैगा कि जिहड़ा टैक्स दिता है प्रॉफिट आफ्टर टैक्स दिता होना है, उन्होंने मल्टीप्लाई कर दो किदे नाल? आ गई 100 डिवाइडेड बाय 100 माइनस टैक्स, ठीक है। किवें प्रॉफिट आफ्टर टैक्स कितना देता है? 1,20,000, 100 थल्ले ते टैक्स रेट कितना दिता है? 40%, मतलब 40। इस तरह लिखना है। हुण इन्हूं असीं की करना है, मैथमेटिकल तरीके नाल सॉल्व करना है।
ठीक है, इत्थे कितना आ गया 2 लाख रुपए आ गया। लो जी, ये है तुहाडा प्रॉफिट बिफोर टैक्स जो कि फॉर्मूले दा साडा मतलब अजे इन्ना पोर्शन आया है। ये तुहाडा जो आया है ना, ये हैगा तुहाडा नेट प्रॉफिट बिफोर टैक्स बट आफ्टर इंटरेस्ट। ये क्यों? क्योंकि आप सिर्फ टैक्स कंसीडर नहीं करना, फॉर्मूले दे विच पहला टैक्स नहीं लिखिया, फॉर्मूले दे विच नेट प्रॉफिट बिफोर इंटरेस्ट एंड टैक्स लिखिया है। पर आप पहला टैक्स की ट्रीटमेंट क्यों की, इंटरेस्ट की ट्रीटमेंट पहला क्यों नहीं की? क्योंकि आप इस अकॉर्डिंग चलना है। ठीक है, असं इस अकॉर्डिंग ही तो चलना है। तुसीं +1 दे विच प्रॉफिट एंड लॉस अकाउंट बनाया सी, ठीक है, तो +1 दे अकॉर्डिंग तुसीं की करदे सी कि इधर तुहाडा प्रॉफिट आंदा सी, ठीक है, क्रेडिट साइड ते इधर तुसीं की करदे सी सारे एक्सपेंसेस लिखदे सी, सैलरी वेज मतलब सैलरी एंड वेजेस हो गया, पोस्टेज स्टेशनरी कैरियर आउटवर्ड हो गया, ठीक है, एंड इंटरेस्ट भी इत्थे आंदा सी, शायद तुहानूं याद होवे, भावें इंटरेस्ट ऑन एफडी वाला सी, भावें इंटरेस्ट ऑन इन्वेस्टमेंट वाला हैगा सी, सारा इंटरेस्ट इत्थे आंदा सी। फिर उस तो बाद कोई प्रॉफिट आंदा सी, फिर उस तो बाद तुसीं की करदे सी टैक्स पे करदे सी, ठीक है, उसी तरह ही है। पर ਅਸੀਂ ਕੀ ਕਰਨਾ, ਅਸੀਂ ਸਟਾਰਟਿੰਗ ਤੋਂ ਇੱਥੋਂ ਕੀਤਾ ਹੈ, ਤੇ ਇੱਥੋਂ ਲਾ ਕੇ ਪਹਿਲਾਂ ਟੈਕਸ ਟ੍ਰੀਟਮੈਂਟ ਕਰਾਂਗੇ, ਇਹਨੂੰ ਪਹਿਲਾਂ ਐਡ ਕਰਾਂਗੇ, ਫਿਰ ਜਦੋਂ ਇਹ ਸਾਡੇ ਕੋਲ ਆ ਗਿਆ, ਹੁਣ ਇਹਦੇ ਵਿੱਚ ਅਸੀਂ ਕੀ ਕਰਾਂਗੇ, ਇੰਟਰਸਟ ਜਿੰਨਾ ਤੁਸੀਂ ਦਿੱਤਾ ਉਹ ਐਡ ਕਰਾਂਗੇ। ਸਮਝ ਆਇਆ? ਸਾਡੇ ਕੋਲ ਹੁਣ ਕਿੰਨਾ ਆ ਗਿਆ, ਨੈਟ ਪ੍ਰੋਫਿਟ ਬਿਫੋਰ ਟੈਕਸ ਬਟ ਆਫਟਰ ਇੰਟਰਸਟ 2 ਲੱਖ ਦਾ ਆ ਗਿਆ। ਇਹਦੇ ਵਿੱਚ ਜਿੰਨਾ ਅਸੀਂ ਇੰਟਰਸਟ ਪੇ ਕਰ ਰਹੇ ਹਾਂ ਨਾ, ਉਹ ਹਜੇ ਨਹੀਂ ਜੀ ਹੈਗਾ, ਉਹਦੀ ਅਮਾਉਂਟ ਨਹੀਂ ਹੈਗੀ। ਹੁਣ ਉਹਦੀ ਅਮਾਉਂਟ ਨੂੰ ਕੀ ਕਰਾਂਗੇ, ਇਹਦੇ ਵਿੱਚ ਐਡ ਕਰਾਂਗੇ। ਤਾਂ ਕਿਵੇਂ ਪਤਾ ਲੱਗੂਗਾ, ਆ ਦੇਖੋ, ਆ ਤੁਸੀਂ ਜੋ ਦੇਖ ਰਹੇ ਹੋ ਸੈਕਿੰਡ 12% ਲੌਂਗ ਟਰਮ ਡੈਟ 20 ਲੱਖ ਰੁਪਏ, ਤੁਸੀਂ 20 ਲੱਖ ਦਾ ਲੋਨ ਲਿਆ ਆ, ਉਹਦੇ ਪਿੱਛੇ ਕਿੰਨਾ ਇੰਟਰਸਟ ਪੇ ਕਰ ਰਹੇ ਹੋ ਤੁਸੀਂ, 12% ਹੈ। तो ये तुसी ब्याज कट लो 12 मतलब कि 20 लाख का करो 12%, कितना बनदा 12 दूना 24 मतलब 2,40,000। ਇਹਦੇ ਵਿੱਚ ਐਡ ਕਰ ਦੋ 2,40,000, ਇਹ ਹੈਗਾ ਜੀ ਤੁਹਾਡਾ ਇੰਟਰਸਟ ਪਲੱਸ ਕਰਕੇ ਕਿੰਨਾ ਆ ਗਿਆ 4,40,000। ਚਲੋ ਹੁਣ ਜਿਹੜਾ ਆ ਆਇਆ ਇਹ ਕੀ ਹੈ, ਇਹ ਹੋ ਸਹੀ ਮਾਇਨੇ ਦੇ ਵਿੱਚ ਨੈਟ ਪ੍ਰੋਫਿਟ ਬਿਫੋਰ टैक्स एंड इंटरेस्ट। आई होप कि समझ आया होना, ठीक है, इस तरह ही है। पहला आफ्टर टैक्स कट लो, इन्ना अमाउंट आ जाएगा, फिर ਉਹਦੇ ਵਿੱਚ ਜਿਹੜਾ ਹੈਗਾ क्वेश्चन ਦੇ ਵਿੱਚ ਦਿੱਤਾ ਹੈ, ਉਹਦੇ ਵਿੱਚ ਕੀ ਕਰ ਦੋ, ਇਸ ਚੀਜ਼ ਨੂੰ ਪਲੱਸ ਕਰ ਦੋ, ਆ ਜਾਏਗਾ। ਹੁਣ ਫਾਰਮੂਲੇ ਦੇ ਅਕੋਰਡਿੰਗ ਲਿਖ ਲਿਆ, ਫਾਰਮੂਲੇ ਦੇ ਵਿੱਚ ਇਹ ਕਿੰਨਾ ਆ ਗਿਆ 4,40,000 ਆ ਗਿਆ। ਤੇ ਜਿਹੜਾ ਇੰਟਰਸਟ ਹੈਗਾ ਲੌਂਗ ਟਰਮ ਡੈਟ ਵਾਲਾ ਆਪਾਂ ਹੁਣੇ ਸੋਲਵ ਕੀਤਾ ਸੀ, ਕਿੰਨਾ ਆਇਆ ਸੀ 2,40,000 ਆਇਆ ਸੀ। ठीक है, चलो भाई सॉल्व कर दो फिर। ठीक है, तो कितना आ गया 1.833 टाइम्स आ गया। लो जी, ए दा की है आंसर है। समझ आया कि मैं सॉल्व किया? ठीक है, इनू की करना है एवं ही मतलब समझना है। तो एक बार ट्राई जरूर कर लेना। आई होप कि तुहानू ये समझ आया होएगा। कोशिश करोगे, प्रैक्टिस करोगे, सगों तुहानू हो ज़्यादा की आएगी, समझ आएगी। टेक केयर।